जी आए नू प्यारे विद्यार्थियों, 6th क्लास दी मैथ दी एक्सरसाइज 3.2 ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਐਂਡ ਵੀ ਵਿਲ ਕਵਰ ਆਲ ਦੀ ਕੁਐਸਚਨਸ। ਠੀਕ ਹੈ, ਬੜੇ ਛੋਟੇ ਕੁਐਸਚਨਸ ਹੈਗੇ ਨੇ, ਕੁਝ ਸਟੇਟਮੈਂਟਸ ਹੈਗੀਆਂ ਟਰੂ ਐਂਡ ਫਾਲਸ ਵਾਲੀਆਂ, ਕੁਝ ਫਿਲ ਇਨ ਦੀ ਬਲੈਂਕਸ ਹੈਗੇ ਨੇ ਐਂਡ ਕਨਸੈਪਚੁਅਲ ਕੁਐਸਚਨਸ ਹੈਗੇ ਨੇ। ਐਂਡ ਦੀ ਚੈਪਟਰ ਇਜ਼ 3 ਟਾਈਟਲਡ ਪਲੇਇੰਗ ਵਿਦ ਨੰਬਰਸ, ਅਰਥਾਤ ਸੰਖਿਆਵਾਂ ਨਾਲ ਖੇਡਣਾ। ਇਸ ਤੋਂ ਪਹਿਲੇ ਕਿ ਅੱਗੇ ਵਧੀ ਮੈਂ ਇੱਕ ਵਾਰ ਚੇਤੇ ਕਰਾ ਦਵਾਂ ਬੱਚਿਓ, ਤੁਸੀਂ ਚਟਸਾਲ ਦੀ ਪਲੇਲਿਸਟ ਵਿੱਚ ਜਾ ਕੇ ਮੈਥ ਕਨਸੈਪਟਸ ਵਿੱਚ ਜਾਣਾ ਹੈ ਅਤੇ ਉਹਦੇ ਵਿੱਚ ਇੱਕ ਵੀਡੀਓ ਹੈ ਪ੍ਰਾਈਮ ਨੰਬਰਸ ਐਂਡ ਕੰਪੋਜ਼ਿਟ ਨੰਬਰਸ, ਉਹਨੂੰ ਜ਼ਰੂਰ ਦੇਖਣਾ। ਉਹਦੇ ਵਿੱਚ ਤੁਹਾਨੂੰ ਐਡੀਸ਼ਨਲੀ ਬਹੁਤ ਸਾਰੀਆਂ ਗੱਲਾਂ ਸਮਝਣ ਲਈ ਮਿਲਣਗੀਆਂ। ਅਤੇ ਵੈਸੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓਜ਼ ਦਾ ਇੱਕ ਹੈਗਾ ਨੈਚੁਰਲ ਨੰਬਰ ਐਂਡ ਹੋਲ ਨੰਬਰਸ ਦੇਖਣਾ ਅਤੇ ਦੂਸਰਾ ਹੈਗਾ ਪ੍ਰਾਈਮ ਨੰਬਰਸ ਐਂਡ ਕੰਪੋਜ਼ਿਟ ਨੰਬਰਸ। ਉਹਦੇ ਮੈਂ ਲਿੰਕ ਵੀ ਵੈਸੇ ਡਿਸਕ੍ਰਿਪਸ਼ਨ ਵਿੱਚ ਪਾ ਦਾਂਗਾ, ਨਹੀਂ ਤਾਂ ਤੁਸੀਂ ਚਟਸਾਲ ਚੈਨਲ 'ਤੇ ਜਾ ਕੇ ਪਲੇਲਿਸਟ ਵਿੱਚ ਜਾ ਕੇ ਮੈਥ ਕਨਸੈਪਟਸ ਨਾਮ ਦੀ ਪਲੇਲਿਸਟ ਹੈ, ਉਹਦੇ ਵਿੱਚੋਂ ਇਹ ਦੋ ਵੀਡੀਓ ਜ਼ਰੂਰ ਦੇਖਣਾ, ਜਿਹਦੇ 'ਚ ਨੈਚੁਰਲ ਨੰਬਰਸ ਐਂਡ ਹੋਲ ਨੰਬਰਸ ਅਤੇ ਦੂਸਰੀ ਹੈਗੀ ਹੈ ਪ੍ਰਾਈਮ ਨੰਬਰਸ ਐਂਡ ਕੰਪੋਜ਼ਿਟ ਨੰਬਰਸ। ਉਹਦੇ ਨਾਲ ਤੁਹਾਨੂੰ ਹੋਰ ਚੀਜ਼ ਹੈ ਜਿਹੜੀ ਐਕਸਰਸਾਈਜ਼ ਹੈ ਆਸਾਨੀ ਨਾਲ ਸਮਝ ਆ ਜਾਏਗੀ। ਸੋ ਆਓ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ 1, what is the sum of any two odd numbers? Part A. And part B is what is the sum of any two even numbers? ਇਹੋ ਜਿਹੇ ਸਵਾਲ ਕਰਨ ਦਾ ਤਰੀਕਾ ਬੱਚਿਓ ਕੀ ਹੁੰਦਾ ਹੈ ਕਿ ਤੁਸੀਂ ਸਭ ਤੋਂ ਛੋਟੀ ਜਿਹੜੇ ਨੰਬਰਸ ਨੇ ਐਗਜ਼ਾਮਪਲ ਮੈਂਟਲੀ ਤੁਸੀਂ ਉਹਨੂੰ ਕਰ ਸਕਦੇ ਹੋ। ਜਿਵੇਂ 1 is a odd number, 3 is a odd number, so 1 plus 3 is 4, 4 is even number, so ਆਨਸਰ ਆ ਗਿਆ even number। ਤੇ ਇੱਕ ਐਗਜ਼ਾਮਪਲ ਹੋਰ ਲੈ ਲਓ, ਨੈਕਸਟ odd numbers are 3 and 5, so 3 plus 5 is 8, again 8 is a odd number। ਜਾਂ ਤੁਸੀਂ ਆਪਣੇ ਮਨ 'ਚ ਕੋਈ ਵੀ odd number ਸੋਚ ਲਓ, ਜਿਵੇਂ 7 and 11, 7 11 both are odd numbers, so 7 plus 11 is 18, 18 is an even number। so ਅਸੀਂ ਐਗਜ਼ਾਮਪਲ ਰਾਹੀਂ ਦੇਖ ਲਿਆ ਕਿ when you add two odd numbers you get even number। so ਸਾਡਾ ਆਨਸਰ ਆ ਗਿਆ sum of any two odd numbers is even number, ਅਰਥਾਤ ਕੋਈ ਵੀ ਦੋ ਟਾਂਕ ਸੰਖਿਆਵਾਂ ਨੂੰ ਜੋੜ ਕੇ ਸਾਨੂੰ ਜਿਸਤ ਸੰਖਿਆ ਪ੍ਰਾਪਤ ਹੁੰਦੀ ਹੈ। ਸੋ ਇਹ ਸਾਡਾ ਆਨਸਰ ਆ ਗਿਆ। ਹੁਣ ਅਗਲਾ ਸਵਾਲ ਹੈਗਾ what is the sum of any two even numbers? ਹੁਣ even number ਲੈ ਲਓ। ਸਭ ਤੋਂ ਪਹਿਲੇ even number ਕਿਹੜੇ ਹੈਗੇ ਨੇ 2 ਔਰ 4, 2 plus 4 is 6। ਜਿਹੜੇ ਜਿਸ ਸੰਖਿਆਵਾਂ ਸਭ ਤੋਂ ਛੋਟੀਆਂ ਕਿਹੜੀਆਂ 2 ਔਰ 4, 2 ਜਮਾ 4 6, 6 ਵੀ even number ਹੈ ਜਿਸ ਸੰਖਿਆ। ਫਿਰ 4 ਜਮਾ 6 10, 10 also is even number। ਹੁਣ ਤੁਸੀਂ ਆਪਣੇ ਦਿਮਾਗ 'ਚ ਕੋਈ ਵੀ ਜਿਸ ਸੰਖਿਆ ਲੈ ਲਓ, ਕੋਈ ਵੀ even number ਲੈ ਲਓ। let us say 14 plus 6, 14 plus 6 is 20, 20 is even number। ਸੋ ਅਸੀਂ ਇਹ 3-4 ਐਗਜ਼ਾਮਪਲ ਦੇ ਰਾਹੀਂ ਦੇਖ ਲਿਆ ਕਿ ਸਮ ਆਫ ਐਨੀ ਟੂ ਈਵਨ ਨੰਬਰਸ ਇਜ਼ ਈਵਨ ਨੰਬਰ। ਬੱਚੋ ਇਹ ਜਿਹੜੀ ਫੈਕਟਸ ਹੈਗੇ ਨੇ ਇਹ ਬੜੇ ਇੰਪੋਰਟੈਂਟ ਨੇ। ਜਦੋਂ ਤੁਸੀਂ ਵੱਡੇ ਹੋਵੋਗੇ, ਵੈਨ ਯੂ ਸੋਲਵ ਸਮ ਕੁਐਸਚਨਸ ਜਾਂ ਕੋਈ ਕੰਪੀਟੀਸ਼ਨ ਦੇ ਪੇਪਰਾਂ ਲਈ ਜਾਓਗੇ, ਉੱਥੇ ਇਹ ਜਿਹੜੀ ਚੀਜ਼ਾਂ ਨੇ ਇਹ ਕਲੈਰਿਟੀ ਆਫ ਮਾਈਂਡ ਜਿਹੜੀ ਹੈ ਇਹ ਬਹੁਤ ਤੁਹਾਡੇ ਕੰਮ ਆਏਗੀ। ਠੀਕ ਹੈ, ਸੋ ਹੁਣ ਅੱਗੇ ਚਲੀਏ। ਕੁਐਸਚਨ ਨੰਬਰ 2, ਸਟੇਟ ਵੈਦਰ ਦੀ ਫੋਲੋਇੰਗ ਸਟੇਟਮੈਂਟਸ ਆਰ ਟਰੂ ਔਰ ਫਾਲਸ। ਹੇਠ ਲਿਖੇ ਕਥਨ ਦੱਸੋ ਸਹੀ ਹਨ ਜਾਂ ਗਲਤ ਹਨ। ਇਹ ਵੀ ਬੜਾ ਇੰਪੋਰਟੈਂਟ ਹੈ, ਇਹਨਾਂ ਸਾਰੇ ਕਨਸੈਪਟ ਸਾਡੇ ਕਲੀਅਰ ਹੁੰਦੇ ਨੇ। ਇਹ ਦੇਖੋ, ਕਹਿੰਦੇ ਦੀ ਸਮ ਆਫ 3 odd numbers is even। ਠੀਕ ਹੈ, ਇਹ ਗੱਲ ਗਲਤ ਹੈ। ਕਿਉਂ? ਦੇਖੋ ਬੱਚੇ, ਜਿਹੜੇ ਤੁਸੀਂ 2 odd number ਐਡ ਕਰਦੇ ਹੋ, ਦੇਖੋ ਅਸੀਂ ਇੱਥੇ ਪੜ੍ਹੇ 2 odd numbers is even number, ਸੋ 3 ਵਿੱਚੋਂ 2 odd number ਲੈ ਲਏ ਅਤੇ ਉਹਦਾ ਰਿਜ਼ਲਟ ਤਾਂ ਈਵਨ ਆਏਗਾ। ਸੋ ਇਹਦਾ ਮਤਲਬ ਕਿ ਇਹ ਸਮ ਕੀ ਹੋ ਗਿਆ? ਦਿਸ ਸਮ ਕੈਨ ਬੀ ਸਿੰਪਲੀਫਾਈਡ ਐਜ਼ ਦੀ ਸਮ ਆਫ 1 even number and 1 odd number। ਸੋ ਅਸੀਂ ਜਾਣਦੇ ਹਾਂ ਕਿ if you add odd number to even number or even number to odd number, the result is always odd, never even। ਦੇਖ ਲਓ, ਜਿਵੇਂ ਇਹ ਦੇਖੋ, ਪਹਿਲੀ ਗੱਲ ਤੇ ਦੇਖੋ ਇਹ ਗੱਲ ਸਮਝ ਲਓ ਜਿਹੜੀ ਮੈਂ ਸਮਝਾਈ ਕਿ 3 odd number ਦਾ ਮਤਲਬ ਕੀ ਹੈਗਾ? ਆਊਟ ਆਫ 3 ਵਿੱਚੋਂ ਜਿਹੜੇ ਤੁਸੀਂ ਦੋ ਟਾਂਕ ਸੰਖਿਆਵਾਂ ਨੂੰ ਐਡ ਕਰੋਗੇ, 2 odd number ਨੂੰ ਐਡ ਕਰੋਗੇ, ਤੁਹਾਨੂੰ ਈਵਨ ਨੰਬਰ ਮਿਲ ਜਾਏਗਾ, ਕਿਉਂਕਿ ਇਹ ਆਲਰੇਡੀ ਅਸੀਂ ਪ੍ਰੂਵ ਕਰ ਚੁੱਕੇ ਹਾਂ 2 odd numbers ਸਮ ਇਜ਼ ਈਵਨ ਨੰਬਰ। ਸੋ ਇਹਦਾ ਮਤਲਬ ਕੀ ਹੋਇਆ? 3 ਚੋਂ 2 ਈਵਨ ਨੰਬਰ ਹੋ ਗਏ, 3 ਚੋਂ 2 ਨੂੰ ਜੋੜਿਆ ਈਵਨ ਨੰਬਰ ਹੋ ਗਿਆ ਅਤੇ ਇੱਕ odd ਬਚ ਗਿਆ। ਸੋ ਕੁਐਸਚਨ ਬਣ ਗਿਆ what is the sum of 1 odd number and 1 even number which is always odd। ਸੋ ਇਹ ਹੈਗੀ ਹੈ false। ਹੁਣ ਅਸੀਂ ਚੈੱਕ ਕਰ ਲੈਂਦੇ ਹਾਂ। let's take 3 odd numbers 1, 3 and 5। 1 plus 3 is 4, 4 plus 5 is 9, 9 is odd number। ਇੱਥੇ ਕਰੇ even, so it is false ਹੋ ਗਈ। ਹੋਰ ਅਗਲੇ 3 odd number ਲੈ ਲਓ 3, 5 and 7। 3 plus 5 is 8, 8 plus 7 is 15, 15 ਵੀ odd number ਹੈਗਾ। ਸੋ ਇਹ ਈਵਨ ਨਹੀਂ ਹੈਗਾ, ਇਹ ਫਾਲਸ ਹੋ ਗਈ ਸਟੇਟਮੈਂਟ। ਠੀਕ ਹੈ, ਹੁਣ ਅਗਲਾ ਆ ਗਿਆ ਦੀ ਸਮ ਆਫ 2 odd numbers is 1 and 1 even number is even।
the sum of two odd numbers and one even number is even. True है क्यों? Because two odd numbers the sum क्या होगा? Even number. We have already proved. And two even numbers the sum ਕੀ ਹੈਗਾ? Even ਹੈਗਾ. So two odd numbers ਦਾ sum ਹੋ ਗਿਆ even, ਤੇ even ਦੇ ਵਿੱਚ ਜਿਹੜੇ even ਜੋੜਾਂਗੇ ਤੇ ਆ ਜਾਏਗਾ even. So it is true. ਜਾਂ ਇਹਨੂੰ ਤੁਸੀਂ ਚੈੱਕ ਕਰਕੇ ਵੀ ਦੇਖ ਲਵੋ. Take any two odd numbers 1 and 3 ਤੇ दूसरा even number ले लो 4. So 1 plus 3 is 4 and 4 plus 4 is 8. 8 is even number. कोई और even odd number ले लो दो. 3 plus 5. Two odd numbers 3 plus 5 is 8. ਹੁਣ ਇਹਦੇ ਵਿੱਚ ਇੱਕ ਅਸੀਂ even number ਐਡ ਕਰ ਦਿੰਦੇ ਹਾਂ, say 10. So 8 plus 10 is 18. So 18 ਜਿਹੜਾ ਹੈ ਉਹ ਜਿਸ ਸੰਖਿਆ ਹੈ that is even number. So this statement is true. आओ ਹੁਣ ਅੱਗੇ चलिए. Okay. The product of three odd numbers is odd. It is true. ਹੁਣ चेक कर लो. मैं जिस तरह तुहानू तरीका दस्सिया सब तो छोटे odd number ले लो पहले. What are the first three odd numbers? 1, 3, 5. So 1 into 3 is 3 and 3 into 5 is 15. So result is 15 is odd number. आगे चलो 3 into 5 into 7. So 3 into 5 is 15 and 15 into 7 is 105. Again it is an odd number. So it goes on to prove, ऐ सिद्ध हो गया कि जब तुसी तीन टांग संख्यावां नू गुणा करो, when you multiply three odd numbers, the result is odd. So this statement is true. ठीक है. फिर कहते if an even number is divided by 2, the quotient मतलब result जो आएगा, the quotient is always odd. ਹੁਣ this is false because when you divide by 2, sometimes the quotient is odd and sometimes his quotient is even. आओ चेक करिए. Let's take number 4. 4 divided by 2 is 2. Quotient is 2, which is even number. But when you take 6, 6 divided by 2, the quotient is 2 3 the 6. The quotient is 3. ठीक है ना? So 3 is an odd number. So when you divide 4 by 2, you get 2 quotient, which is even number. But when you divide 6 by 2, you get the quotient as 3. And 3 is an odd number. So ਇਹਦਾ ਮਤਲਬ ਕਿ 2 ਦੇ ਨਾਲ ਭਾਗ ਕਰਨ ਦੇ ਨਾਲ ਜੋ ਤੁਹਾਨੂੰ ਭਾਗਫਲ ਹੈ ਉਹ ਜਿਸਤ ਵੀ ਮਿਲ ਸਕਦਾ ਹੈ ਤੇ ਟਾਂਕ ਸੰਖਿਆ ਵੀ ਮਿਲ ਸਕਦਾ ਹੈ. You can get the quotient as an odd number or as an even number. ठीक है. So ਅਗਲਾ ਆ ਗਿਆ all prime numbers are odd. ਕੀ ਕਹਿੰਦੇ ਕਿ ਸਾਰੀਆਂ ਅਭਾਜ ਸੰਖਿਆਵਾਂ ਟਾਂਕ ਹੁੰਦੀਆਂ ਹਨ. ਇਹ ਗੱਲ ਗਲਤ ਹੈ. ਕਿਉਂ? ਕਿਉਂਕਿ ਨੰਬਰ 2 ਜਿਹੜਾ 2 ਹੈ ਉਹ ਜਿਸਤ ਸੰਖਿਆ ਹੈ. It's an even number. But it is also a prime number. Number 2 has got some other properties also. Number 2 is the smallest even number. Number 2 is the smallest prime number. So number 2 is the only even prime number. So ਇਹਦਾ ਮਤਲਬ ਕਿ all prime numbers are odd. This statement is false. हाँ जी मैं इस तरह कਹਾਂ all prime numbers except 2 are odd. फिर ਇਹ स्टेटमेंट ट्रू हो जाएगी. अर्थात 2 ਨੂੰ ਛੱਡ ਕੇ ਸਾਰੀਆਂ ਅਭਾਜ ਸੰਖਿਆਵਾਂ ਟਾਂਕ ਸੰਖਿਆਵਾਂ ਹੁੰਦੀਆਂ ਹਨ. ਸੋ all the prime numbers other than 2 except 2 are odd. ठीक है. बट ਇਹ स्टेटमेंट कि all prime numbers are odd, this is false क्योंकि प्राइम नंबर ਦੇ ਵਿੱਚ ਤੇ 2 ਨੰਬਰ ਵੀ ਆ ਜਾਂਦਾ ਹੈ and 2 is an even number. So this statement is false. अगला आ गया prime numbers do not have any factors. It is false. Because prime numbers have two factors. In fact, a number which has got only two factors is known as a prime number. And every prime number has got two factors. One factor is always 1 and the other factor is the number itself. For example, 2 is a prime number, so it has got two factors 1 and 2. 3 is a prime number, it has also got two factors 1 and 3. 5 is also a prime number, it has got two factors 1 and 5. Similarly 23 is a prime number, it has got two factors 1 and 23. Similarly 97 is a prime number and it has got two factors 1 and 97. 101 is also a prime number, so it has got two factors 1 and 101. So prime numbers do have factors. ਉਹਦੇ ਫੈਕਟਰ ਹੁੰਦੇ ਨੇ, ਉਹਦੇ ਗੁਣਨਖੰਡ ਹੁੰਦੇ ਨੇ, ਪਰ ਉਹਨਾਂ ਦੇ ਸਿਰਫ 2 ਹੀ ਗੁਣਨਖੰਡ ਹੁੰਦੇ ਨੇ. ठीक है. सो यह चीज़ फॉल्स हो गई, गलत हो गई. सो अगला कथन देखिए सम ऑफ 2 प्राइम नंबर्स इज ऑलवेज ईवन. दिस इज आल्सो फॉल्स. ਹੁਣ देखो बच्चों ਇਹ ਗੱਲ ਇਹਦੇ ਨਾਲ ਜੁੜੀ ਹੋਈ ਹੈ. ਮੈਂ ਉਹਨੂੰ ਤੁਹਾਨੂੰ ਕੀ ਦੱਸਿਆ कि all the prime numbers except 2 are odd.
and when you add two odd numbers the result is even number. So ਇਹ ਗੱਲ ਤੇ ठीक है, but 2 is also a prime number, but 2 is an even number, and when you add one even number with another odd number the result is always odd. So if you add 2 to any other prime number you will get an odd number. So the sum of two prime numbers is not always even. It can be even or it can be odd. So this statement is false. यह कथन गलत हो गया. आओ देखिए, फिर कहते 2 is the only even prime number. It is true. Yes, we know that 2 is the smallest prime number. 2 and 2 is also the only even number. Only even prime number. 2 is the smallest prime number. 2 is the smallest even number. So this going by this, 2 is the only even prime number. So this statement is true. All even numbers are composite numbers. This statement is false. We can say this: all even numbers except 2 are composite numbers. Then it would be true. Then it would be true if we say like that. But if you say like this, all even numbers are composite numbers, then it is a false statement. Why? क्योंकि गलत होगी, क्योंकि नंबर 2 जड़ा है 2 is a prime number but 2 is a even number. So it means there is an even number which is not a composite number and that number is 2. So this statement is that all even numbers are composite numbers becomes false because 2 is an even number but it is not a composite number, it is a prime number. ठीक है जी, आगे चलिए. The product of two even numbers is always true, always even. Yes, this statement is true. You can check. 2 into 4 is 8. 8 is an even number. Now you take any other number. 4 is an even number. 6 is an even number. So 4 into 6 is 24. 24 is an even number. You take 8. You take 6. 8 is an even number. 6 is an even number. So 8 into 6 is 48. 48 is also an even number. So the product of two even numbers is always even. So this statement is true. So let's move further. Question number 3. The numbers 13 and 31 are prime numbers. Both these numbers have same digits 1 and 3. Can I find such pairs of prime numbers up to 100? 100 तक ਇਹੋ ਜਿਹੇ ਅਪਾਜ ਸੰਖਿਆਵਾਂ ਦੇ ਜੋੜੇ ਦੱਸੋ ਜਿਨ੍ਹਾਂ ਦੇ ਅੰਕ ਸੇਮ ਹੋਣ. ਸੋ ਬੜਾ ਆਸਾਨ ਹੈ ਬੱਚੇ, ਯਾਦ ਰੱਖਣਾ ਹੈ. 17 and 71 आ गया है, एक आएगा 17 and 71, another is 37 and 73 and 79 and 97. तो इस तरह याद कर लो, सारे में 7 आएगा कि 7 7 7. सो 17 ਦਾ ਬਣ ਗਿਆ 71, then 37 ਦਾ ਬਣ ਗਿਆ 73, then 97 ਤੇ 97 ਦਾ ਬਣ ਜਾਏਗਾ 79. ठीक है. सो इट्स सो सिंपल टू, सो ईजी टू रिमेंबर. ਹੁਣ आ गया क्वेश्चन नंबर 4. Write down separately the prime and composite numbers less than 20. अर्थात 20 ਤੋਂ ਥੱਲੇ ਵਾਲੇ ਭਾਜ ਅਤੇ ਅਭਾਜ ਸੰਖਿਆਵਾਂ ਨੂੰ ਅਲੱਗ-ਅਲੱਗ ਕਰਕੇ ਲਿਖੋ. ਬੜਾ ਆਸਾਨ ਹੈ ਬੱਚਿਓ. ਸੋ ਪ੍ਰਾਈਮ ਨੰਬਰ ਸਾਨੂੰ ਪਤਾ ਹੀ ਹੈ 20 ਤੋਂ ਥੱਲੇ ਤੇ ਬੜੇ ਆਸਾਨ ਹੈਗੇ ਨੇ. ਸੋ 2 3 5 7 11 13 17 19 these are the prime numbers less than 20. ਤੇ ਕੰਪੋਜ਼ਿਟ ਨੰਬਰਸ ਕਿਹੜੇ ਹੋ ਗਏ? 4 6 8 9 10 12 14 15 16 18. बस हो गया. सो सिंपल है ना, बिकॉज दीज कंपोजिट नंबर्स हैव मोर दैन 2 फैक्टर्स. जिदा 4 है it has got 2 as an additional factor, 6 has got 1 3 6 as the factors. ये 1 है, 2 है, 4 है, 8 है ना. ये एक भी है 9 ਦਾ 1 factor is there, 3 is there, 9 is there, 10 ਦੇ 2 is also there, 5 is also there. 1 and 10 ਤੇ ਹੋਏਗਾ ਹੀ ਹੋਏਗਾ. ਸੋ ਇसी ਤਰ੍ਹਾਂ ਇਹਦਾ 12 ਦਾ 1 and 12 is 1 and 12 are the factors, but it has got factor of 2, factor of 3, factor of 4, also factor of 7. So these are composite numbers. तो ऊपर जो लिखे ने these are prime numbers. Okay, आगे चलिए हम. Question number 5. What is the greatest prime number between 1 and 10? बड़ा आसान है orally 7. बस आ गया आंसर, सिंपल है ना, क्योंकि 7 तो बाद 8 is a composite number, 9 is a composite number. So the largest prime number between 1 and 10 is 7. You can express the following as the sum of two odd prime numbers. ठीक है बच्चों, two odd prime number ਦੇ sum ਦੇ ਵਿੱਚ
सो मैं ਤੁਹਾਨੂੰ ਸਾਰੇ ਐਗਜ਼ਾਮਪਲ ਦੇ ਦਿੱਤੇ ਨੇ ਜਿੰਨੇ ਵੀ ਪੋਸੀਬਲ ਮੈਨੂੰ ਦਿਮਾਗ 'ਚ ਆ ਰਹੇ ਸੀਗੇ। ਸੋ ਯੂ ਕੈਨ ਚੂਜ਼ ਐਨੀ ਵਨ ਆਫ ਦਾ ਆਂਸਰਸ। ਸੋ ਇਹਦੇ 3 ਆਂਸਰ ਦਿੱਤੇ ਨੇ ਮੈਂ, ਦੇਖੋ 3 + 41 = 44, 7 + 37 44, 13 + 31 44। ਇਹਦੇ ਵੀ ਮੈਂ ਕਿੰਨੇ 4 ਆਂਸਰ ਦਿੱਤੇ। 5 + 31 is 36, 7 + 29 is 36, 13 + 23 36, 17 + 19 is 36। इसी तरह 13 + 11 is 24, 7 + 17 is 24, 5 + 19 is 24। 18 देख लिए, 5 + 13 is 18, 7 + 11 is 18। So this is how these composite numbers can be expressed as sum of prime numbers। आगे चलिए, can they give 3 pairs of prime numbers whose difference is 2? बड़े सारे आगे ने, चलो मैं 4 देते। So 3 and 5, 5 - 3 is 2, 5 and 7, 7 - 5 is 2, 9 and 11, 11 - 9 is 2, 11 and 13, 13 - 11 is 2, 17 and 19, 19 - 17 is 2। There are some more prime numbers like that whose difference is 2, and बच्चों these numbers are known as twin primes। ਇਹ ਸਾਰੀ ਗੱਲ ਬੱਚੇ ਮੈਂ ਡਿਟੇਲ ਵਿੱਚ ਜਿਹੜਾ ਉਹ ਮੈਂ ਵੀਡੀਓ ਬਣਾਇਆ ਹੈ ਪ੍ਰਾਈਮ ਨੰਬਰਸ ਦੇ ਉੱਤੇ, ਪ੍ਰਾਈਮ ਨੰਬਰਸ ਐਂਡ ਕੰਪੋਜ਼ਿਟ ਨੰਬਰਸ, ਉਹਦੇ ਵਿੱਚ ਮੈਂ ਸਾਰਾ ਦੱਸਿਆ ਹੋਇਆ ਹੈ। ਸੋ ਤੁਸੀਂ ਇਸ ਕਰਕੇ ਉਹ ਵਾਲਾ ਵੀਡੀਓ ਜ਼ਰੂਰ ਦੇਖਣਾ, ਉਹਦੇ ਵਿੱਚ ਤੁਹਾਨੂੰ ਪ੍ਰਾਈਮ ਨੰਬਰਸ ਔਰ ਕੰਪੋਜ਼ਿਟ ਨੰਬਰ ਬਾਰੇ ਬੜੀਆਂ ਜ਼ਰੂਰੀ ਇੰਪੋਰਟੈਂਟ ਗੱਲਾਂ ਸਿੱਖਣ ਨੂੰ ਮਿਲਣਗੀਆਂ। ਠੀਕ ਹੈ, ਅੱਗੇ ਕੁਐਸਚਨ ਨੰਬਰ 8, ਵਿਚ ਆਫ ਦੀ ਫੋਲੋਇੰਗ ਨੰਬਰਸ ਆਰ ਪ੍ਰਾਈਮ? ਇਹਨਾਂ 'ਚੋਂ ਕਿਹੜੇ ਪ੍ਰਾਈਮ ਨੰਬਰ ਨੇ? ਨੈਚੁਰਲੀ 23 ਹੈਗਾ, 51 ਨਹੀਂ ਹੈਗਾ ਬਿਕੋਜ਼ ਇਟ ਇਜ਼ ਡਿਵਿਜ਼ੀਬਲ ਬਾਈ 17, ਇਟ ਇਜ਼ ਡਿਵਿਜ਼ੀਬਲ ਬਾਈ 6, ਡਿਵਿਜ਼ੀਬਲ ਬਾਈ 3, 17 into 3 is 51, so ਇਹ ਨਹੀਂ ਹੋ ਸਕਦਾ। 37 is a prime number, 26 is not a prime number because 26 is divisible by 13, it is divisible by 2, so 23 and 37 are prime numbers। ठीक है जी, आगे चलिए। ओके, क्वेश्चन नंबर 9, राइट 7 consecutive composite numbers less than 100 so that there is no prime number between them। बच्चों ये बड़ा इंपॉर्टेंट फैक्ट है, यानी याद रख लेना। you have to just remember that it starts from 90 and it goes up to 96। ਹੁਣ देखो 90 तो 96 तक कोई प्राइम नंबर नहीं आता। इस तो पहले 89 ਜਿਹੜਾ ਹੈਗਾ, 89 इज अ प्राइम नंबर, फिर अगे 97 ਜਿਹੜਾ है वो भी प्राइम नंबर है, बट 90 इज नॉट प्राइम, 91 इज नॉट प्राइम, 92 इज नॉट प्राइम, 93 इज नॉट प्राइम, 94 इज नॉट प्राइम, 95 इज नॉट प्राइम, 96 इज आल्सो नॉट प्राइम। ठीक है बच्चों, सो इस तरह मतलब कि ਤੁਸੀਂ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ कि मतलब कि देर आर 6 numbers 1 2 3 4 5 6 which are consecutive numbers and they are composite numbers। ठीक है, देखो 19 जड़ा it is easily divisible, you can see it is divisible by 10, it is also divisible by 9। ठीक है, ਹੁਣ ਜਿਹੜਾ ਇਹ ਨੰਬਰ ਹੈਗਾ this is also divisible by 27, 27 into 3 ਕਿਹੜਾ ਹੁੰਦਾ 3 7 21। ठीक है, तो 3 to the 6 no not it will be divisible by 23 7 7 13, हाँ 13 into 7, 13 into 7 is 91 है ना, 7 13 into 7 7 21 7 70 दोनों, yes 13 into 7 is 91, 92 is divisible by 2, 93 is divisible by 3। ठीक है, 94 is divisible by 2, 95 is divisible by 5, 96 is divisible by again 2। सो इस तरह बच्चों जोड़े नंबर ने which are divisible by other than 1 and the number itself, they are composite numbers because they have more than 2 factors। ठीक है जी, आगे चलिए। Express each of the following numbers as the sum of 3 odd primes। ठीक है ना, जिस तरह से पहले सवाल किया था एक we express the numbers as the sum of 2 odd primes, now we are going to express the numbers as sum of 3 odd primes। so ਇਹਦੇ ਵਿੱਚ ਮੈਂ ਜ਼ਿਆਦਾ ਐਗਜ਼ਾਮਪਲ ਦੇ ਦਿੱਤੇ ਨੇ, you have to choose one answer but I have given you more so that you can try other methods as well। ठीक है, देखो 21 is equal to 3 plus 7 plus 11 is equal to 3 plus 5 plus 13, इस तरह भी लिख सकते हो। इसी तरह 31 is equal to 3 plus 5 plus 23 is equal to 3 plus 11 plus 17, 5 plus 7 plus 19। इसी तरह 53 is equal to 23 plus 17 plus 13 is equal to 37 plus 13 plus 3 is equal to 43 plus 7 plus 3। 61 can also be written in 3 ways, 3 plus 5 plus 53 or 11 plus 13 plus 37 or 7 plus 13 plus 41।
ਸੋ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਬੱਚਿਓ ਕਿ ਪ੍ਰਾਈਮ ਨੰਬਰਸ ਕੈਨ ਬੀ ਐਕਸਪ੍ਰੈਸਡ ਐਜ਼ ਕੰਪੋਜ਼ਿਟ ਨੰਬਰਸ ਕੈਨ ਬੀ ਐਕਸਪ੍ਰੈਸਡ ਐਜ਼ ਸਮ ਆਫ ਪ੍ਰਾਈਮ ਨੰਬਰਸ। ਠੀਕ ਹੈ, ਸੋ ਇੱਕ ਇਟਸ ਅ ਗੁੱਡ ਮੈਂਟਲ ਐਕਸਰਸਾਈਜ਼ ਤੇ ਚੀਜ਼ ਨੂੰ ਸਮਝਣ ਲਈ ਤੁਹਾਨੂੰ ਬੜਾ ਅੱਛਾ ਲੱਗਦਾ ਹੈ। ਠੀਕ ਹੈ, ਓਕੇ। ਸੋ ਆਓ ਅਗਲਾ ਸਵਾਲ ਦੇਖੀਏ ਹੁਣ। ਕੁਐਸਚਨ ਨੰਬਰ 11, ਰਾਈਟ 5 ਪੇਅਰਸ ਆਫ ਪ੍ਰਾਈਮ ਨੰਬਰਸ ਲੈਸ ਦੈਨ 20 whose sum is divisible by 5। ਹੁਣ ਬੱਚੋ ਦੇਖੋ ਇਹਦੀ ਟ੍ਰਿਕ ਕੀ ਹੈਗੀ ਹੈ। ਵੈਸੇ ਟ੍ਰਿਕ ਮੈਂ ਡਿਟੇਲ ਦੇ ਵਿੱਚ ਜਿਹੜਾ ਪ੍ਰਾਈਮ ਨੰਬਰ ਔਰ ਕੰਪੋਜ਼ਿਟ ਨੰਬਰ ਦਾ ਵੀਡੀਓ ਉਹਦੇ ਵਿੱਚ ਸਮਝਾਈ ਹੋਈ ਹੈ। ਠੀਕ ਹੈ, ਪਰ ਮੈਂ ਤੁਹਾਨੂੰ ਥੋੜਾ ਬਰੀਫਲੀ ਦੱਸ ਦਿੰਦਾ ਕਿ ਨੰਬਰਸ ਦੇ ਜਿਹੜੇ ਨੰਬਰ ਦੇ ਐਂਡ ਵਿੱਚ 0 ਆਏਗਾ ਤੇ 5 ਆਏਗਾ, ਉਹੀ ਨੰਬਰ 5 ਦੇ ਨਾਲ ਡਿਵਾਈਡ ਹੋਏਗਾ। ਠੀਕ ਹੈ, ਉਹ ਡਿਟੇਲ ਵਿੱਚ ਮੈਂ ਤੁਹਾਨੂੰ ਸਾਰਾ ਉੱਥੇ ਦੱਸਿਆ। ਸੋ ਥੀਸ ਆਰ ਦੀ few examples of addition of prime numbers which are divisible by 5. 2 plus 3 5 divisible by 5, 2 plus 13 is equal to 15 divisible by 5, 3 plus 7 is equal to 10 divisible by 5, 3 plus 17 is equal to 20, 20 is divisible by 5, 7 plus 13 is equal to 20, it is also divisible by 5, 11 plus 19 is equal to 30, again divisible by 5. ਸੋ ਇਹ ਸਾਰੇ ਜਿਹੜੇ ਨੰਬਰ ਸੀਗੇ these are the ਉਹਨਾਂ ਨੇ ਕਿਹਾ 5 pairs ਦੋ, ਅਸੀਂ 6 ਦੇਤੇ ਨੇ, 1 2 3 4 5 6। ਠੀਕ ਹੈ, all these prime numbers are less than 20। ਠੀਕ ਹੈ ਜੀ, ਸੋ ਉਹ ਦੋ ਪ੍ਰਾਈਮ ਨੰਬਰ ਨੂੰ ਜੋੜ ਕੇ ਸਾਨੂੰ ਜੋ ਰਿਜ਼ਲਟ ਮਿਲਦਾ ਹੈ ਇਟ ਇਜ਼ ਡਿਵੀਜ਼ੀਬਲ ਬਾਈ 5, ਉਹ 5 ਦੇ ਨਾਲ ਭਾਗ ਹੋ ਜਾਂਦਾ ਹੈ। ਠੀਕ ਹੈ, ਆਓ ਹੁਣ ਆਖਰੀ ਸਵਾਲ ਇਸ ਐਕਸਰਸਾਈਜ਼ ਦਾ ਉਹ ਵੀ ਕਰ ਲਈਏ। ਲਾਸਟ ਕੁਐਸਚਨ ਇਹ ਵੀ ਕਨਸੈਪਚੁਅਲ ਕੁਐਸਚਨ ਹੈਗਾ, ਫਿਲ ਇਨ ਦੀ ਬਲੈਂਕਸ ਹੈਗੇ ਨੇ। ਸੋ ਫਿਲ ਇਨ ਦੀ ਬਲੈਂਕਸ ਹੈਗਾ ਕੁਐਸਚਨ ਨੰਬਰ 12, ਅ ਨੰਬਰ ਵਿਚ ਹੈਜ਼ ਓਨਲੀ 2 ਫੈਕਟਰਸ ਇਜ਼ ਕਾਲਡ ਅ ਪ੍ਰਾਈਮ ਨੰਬਰ। ਇਹ ਡੈਫੀਨੇਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਪ੍ਰਾਈਮ ਨੰਬਰ ਹੈਜ਼ ਗॉट ਓਨਲੀ 2 ਫੈਕਟਰਸ। ਸੋ ਪਾਰਟ ਬੀ, ਅ ਨੰਬਰ ਵਿਚ ਹੈਜ਼ ਮੋਰ ਦੈਨ 2 ਫੈਕਟਰਸ ਇਜ਼ ਕਾਲਡ ਅ ਕੰਪੋਜ਼ਿਟ ਨੰਬਰ। ਹੈ ਨਾ, ਪ੍ਰਾਈਮ ਨੰਬਰ ਦੇ ਸਿਰਫ 2 ਫੈਕਟਰ ਹੁੰਦੇ ਨੇ। ਜਿਹੜਾ ਕੰਪੋਜ਼ਿਟ ਪ੍ਰਾਈਮ ਨੰਬਰ ਨੂੰ ਅਸੀਂ ਕਹਿੰਦੇ ਅਭਾਜ ਸੰਖਿਆ ਦੇ 2 ਗੁਣਨਖੰਡ ਹੁੰਦੇ ਨੇ, ਤੇ ਜਿਹੜੀ ਭਾਜ ਸੰਖਿਆ ਹੁੰਦੀ ਹੈ ਉਹਦੇ 2 ਤੋਂ ਜ਼ਿਆਦਾ ਗੁਣਨਖੰਡ ਹੁੰਦੇ ਨੇ। ਹੈ ਨਾ, ਕੰਪੋਜ਼ਿਟ ਨੰਬਰ ਹੈਜ਼ ਗॉट ਮੋਰ ਦੈਨ 2 ਫੈਕਟਰਸ। ਜਿਹੜਾ 1 ਹੈਗਾ, 1 ਇਜ਼ ਨੀਦਰ ਅ ਪ੍ਰਾਈਮ ਨੰਬਰ ਨੋਰ ਅ ਕੰਪੋਜ਼ਿਟ ਨੰਬਰ। ਇਹ ਗੱਲ ਯਾਦ ਰੱਖਣੀ ਬੜੀ ਇੰਪੋਰਟੈਂਟ ਹੈ। ਜੋ 1 ਹੈ ਉਹ ਨਾ ਤੇ ਭਾਜ ਸੰਖਿਆ ਹੈ ਤੇ ਨਾ ਹੀ ਅਭਾਜ ਸੰਖਿਆ ਹੈ। ਫਿਰ ਅਗਲੀ ਗੱਲ ਆ ਗਈ ਦੀ ਸਮੋਲੈਸਟ ਪ੍ਰਾਈਮ ਨੰਬਰ ਇਜ਼ ਫਿਲ ਇਨ ਦੀ ਬਲੈਂਕ ਭਰੋ 2। 2 ਜਿਹੜਾ ਸਭ ਤੋਂ ਛੋਟਾ ਪ੍ਰਾਈਮ ਨੰਬਰ ਹੈ, ਸਭ ਤੋਂ ਛੋਟੀ ਅਭਾਜ ਸੰਖਿਆ ਹੈ। ਦੀ ਸਮੋਲੈਸਟ ਕੰਪੋਜ਼ਿਟ ਨੰਬਰ ਇਜ਼ 4, ਕਿਉਂਕਿ 2 ਤੋਂ ਬਾਅਦ 3 ਆਉਂਦਾ ਹੈ ਤੇ 3 ਵੀ ਪ੍ਰਾਈਮ ਨੰਬਰ ਹੈ ਤੇ 3 ਤੋਂ ਬਾਅਦ 4 ਆਉਂਦਾ ਹੈ। ਸੋ 4 ਇਜ਼ ਦੀ ਸਮੋਲੈਸਟ ਕੰਪੋਜ਼ਿਟ ਨੰਬਰ। ਫਿਰ ਅੱਗੇ ਆ ਗਿਆ ਦੀ ਸਮੋਲੈਸਟ ਈਵਨ ਨੰਬਰ ਇਜ਼ 2 ਆਫ ਕੋਰਸ। ਤੇ ਸਮੋਲੈਸਟ ਜਿਹੜਾ ਆਡ ਨੰਬਰ ਹੈ 1 ਹੈਗਾ ਤੇ 1 ਤੋਂ ਬਾਅਦ 2 ਹੈਗਾ ਤੇ 2 ਇਜ਼ ਐਨ ਈਵਨ ਨੰਬਰ ਐਂਡ 2 ਇਜ਼ ਦੀ ਸਮੋਲੈਸਟ ਈਵਨ ਨੰਬਰ। ਸੋ ਪਿਆਰੇ ਬੱਚਿਓ, with this we come to the end of this video, and I hope this video was useful to you in understanding the solutions to all the questions of this exercise. If you have any trouble, any problem, any doubt, you can put your doubts in the comments box. ठीक है बच्चों, सो इस तरह के होर वीडियो देखने ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰੋ। ਹੋਰ ਵਿਦਿਆਰਥੀਆਂ ਨੂੰ ਦੱਸੋ ਕਿ 8th 9th 10th ਦੇ ਮੈਥ ਦੇ ਸਵਾਲ ਸੋਲਵ ਕਰਕੇ ਸਮਝਾ ਕੇ ਵੀਡੀਓ ਬਣਾ ਕੇ ਆਲਰੇਡੀ ਚੈਨਲ ਤੇ ਪਾਏ ਗਏ ਹਨ। ਐਂਡ ਆਲ ਦਾ ਵੀਡੀਓਜ਼ ਹੈਵ ਬੀਨ ਅਰੇਂਜਡ ਐਜ਼ ਪਰ ਦੀ ਸਬਜੈਕਟ, ਐਜ਼ ਪਰ ਦੀ ਕਲਾਸਿਸ in the playlist. So playlist ਵਿੱਚ ਜਾ ਕੇ you can choose class 8th math, class 9th math, class 10th math, class 8th math notes, class 9th math notes, ਇਸ ਤਰ੍ਹਾਂ ਕਰਕੇ ਤੁਸੀਂ ਸਿਲੈਕਟ ਕਰ ਸਕਦੇ ਹੋ। ਜਿਹੜੇ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੇ ਬੱਚੇ ਹੈਗੇ ਨੇ ਉਹਨਾਂ ਲਈ ਇੰਗਲਿਸ਼ ਦੀ 5th 6th 7th ਦੇ ਲੈਸਨ ਵੀ ਤਿਆਰ ਕਰਕੇ ਇਸੇ ਤਰ੍ਹਾਂ ਪਾਏ ਜਾ ਰਹੇ ਹਨ। ਸੋ ਤੁਸੀਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਬਾਰੇ ਦੱਸੋ, ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।